Hello students, today's topic for electronics third semester and the next chapter is about voltage, current and resistance measurements. So in this chapter we study about the instruments which are used to measure the voltage, current and resistance. So let's begin. So first of all we need instruments that are used to measure these quantities which are resistance, voltages and current. So here are three methods. It means there are three principles which are basically used to measure these values. First is electromagnetic, electrostatic and then electrothermic. So first of all ਇਹਦੇ ਵਿੱਚ ਕੀ ਹੈਗਾ electromagnetic. In this we use the magnetic effects to ठीक है here we use the magnetic effects to measure the values. So in the electrostatic we use the forces between charges. ठीक है it means we use to values with the charges. It means they have some positive or negative charge, so these force creates a force of attraction, so that is used to in that instruments. So in that we can say these are the types of electrostatics. So in a electrothermic here is a heating effect, as there is a word thermic, so thermic means temperature. So here we use the heating effects which are used to represent these values. ठीक है ਹੁਣ देखो here are three forces which are applied in the instruments. There are three forces. So which ones are? First one is a deflecting force, controlling force and damping force. और इसਨੂੰ टॉर्क भी कहते, चाहे टॉर्क कह लो चाहे की कह लो फोर्स, वन ऑफ द सेम थिंग. ओके ਇਹ ਤਿੰਨੋਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਇਹਨਾਂ ਇੰਸਟਰੂਮੈਂਟਸ. ਇਹ ਤਿੰਨੋਂ ਫੋਰਸ ਲੱਗਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਇੱਕ ਆਊਟਪੁੱਟ ਦੇ ਰਹੀਆਂ. ਠੀਕ ਹੈ ਬਾਏ ਇੰਸਟਰੂਮੈਂਟ. ਔਰ ਸੋ नेक्स्ट पहला देखिए डिफ्लैक्टिंग फोर्स क्या है. व्हाट इज डिफ्लैक्टिंग फोर्स? ਇਹਦਾ ਮਤਲਬ ਕਿ ਉਹ ਫੋਰਸ ਜਾਂ ਕਹਿ ਲਓ ਕੋਈ એનર્ਜੀ, ਠੀਕ ਹੈ, ਜਿਹੜੀ ਆਪਾਂ ਨੂੰ ਇਨਸਟਰੂਮੈਂਟ ਦੇ ਵਿੱਚ ਕਿਆ ਦਿਖਾਉਂਦੀ ਹੈ? ਡਿਫਲੈਕਸ਼ਨ. ਕਿਆ ਦਿਖਾਉਂਦੀ ਹੈ? ਡਿਫਲੈਕਸ਼ਨ. ਡਿਫਲੈਕਸ਼ਨ ਮੀਨ ਉਹਦੇ ਵਿੱਚ ਵੇਰੀਏਸ਼ਨ. ਠੀਕ ਹੈ ਦੈਟ ਇਜ਼ ਵੇਰੀਏਸ਼ਨ ਇਨ ਅ ਇੰਸਟਰੂਮੈਂਟ. ਜਦੋਂ ਆਪਾਂ ਉਸ ਦੇ ਵਿੱਚ ਕੁਛ ਇਨਪੁੱਟ ਕਰਾਂਗੇ, ਜਦੋਂ ਆਪਾਂ ਕੀ ਕੀਤਾ, ਆਪਾਂ ਇੰਸਟਰੂਮੈਂਟ ਲਿਆ, ਉਸ ਦੇ ਵਿੱਚ ਕਿਆ ਕੀਤਾ, ਆਪਾਂ ਕੁਛ એનર્ਜੀ ਦਾ ਇਨਪੁੱਟ. ਠੀਕ ਹੈ ਦੈਨ ਉਸ ਦੀ ਜਿਹੜੀ ਨੀਡਲ ਹੈ, ਨੀਡਲ ਉਸ ਦੀ ਹੈਗੀ ਜੋ ਪੁਆਇੰਟਰ ਕਹਿ ਲਓ, ਨੀਡਲ ਕਹਿ ਲਓ, ਉਹ ਜਿਹੜਾ ਨੀਡਲ ਹੈ ਉਹ ਮੂਵ ਕਰੇਗਾ. ਨੀਡਲ ਕੀ ਕਰੇਗੀ? ਮੂਵ ਕਰੇਗੀ. ਉਹ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੇਗੀ. ਜਦੋਂ ਮੂਵ ਕਰੇਗੀ ਦੈਨ ਇੱਕ ਉਹ ਵੈਲਿਊ ਨੂੰ ਰੀਪ੍ਰਜੈਂਟ ਕਰੇਗੀ. ਜਦੋਂ ਜਿਸ ਵੈਲਿਊ ਨੂੰ ਰੀਪ੍ਰਜੈਂਟ ਕਰੇਗੀ, ਜਿਹੜਾ ਉਹ ਜ਼ੀਰੋ ਪੋਜੀਸ਼ਨ ਤੋਂ ਮੂਵ ਕੀਤਾ ਟੂ ਦੈਟ ਵੈਲਿਊ, ਉਸਨੂੰ ਕੀ ਕਹਿੰਦੇ? ਉਸਦੀ ਡਿਫਲੈਕਸ਼ਨ. ਉਸਨੂੰ ਕੀ ਕਹਿੰਦੇ ਆ? ਡਿਫਲੈਕਸ਼ਨ. ਐਂਡ ਦ ਐਂਗਲ ਬਿਟਵੀਨ ਦੈਮ ਇਜ਼ ਕਾਲਡ ਐਂਗਲ ਆਫ ਡਿਫਲੈਕਸ਼ਨ, ਦੈਟ ਇਜ਼ ਥੀਟਾ. ਠੀਕ ਹੈ ਇੰਡੀਕੇਟਡ ਬਾਏ ਥੀਟਾ. ਸੋ ਉਹ ਇਸ ਫੋਰਸ ਨੂੰ ਕੀ ਕਹਿੰਦੇ ਆਪਾਂ? ਡਿਫਲੈਕਟਿੰਗ ਫੋਰਸ, ਟੂ ਪ੍ਰੋਡਿਊਸ ਦੈਟ ਡਿਫਲੈਕਸ਼ਨ ਇਨ ਅ ਇੰਸਟਰੂਮੈਂਟ ਫਰੋਮ ਦੇਅਰ ਜ਼ੀਰੋ ਪੋਜੀਸ਼ਨ. ਠੀਕ ਹੈ ਉਹਦੀ ਜ਼ੀਰੋ ਪੋਜੀਸ਼ਨ. ਸੋ ਨੈਕਸਟ ਕੀ ਹੈਗੀ ਆ? ਕੰਟਰੋਲਿੰਗ ਫੋਰਸ. ਠੀਕ ਹੈ ਕੰਟਰੋਲਿੰਗ ਫੋਰਸ ਦਾ ਮਤਲਬ ਕੀ ਹੈ? ਟੂ ਸੈਟ ਐਨ ਇਕੁਲਿਬਰੀਅਮ ਅਮੰਗ ਦੈਮ. ਠੀਕ ਹੈ ਇਸ ਦੇ ਵਿੱਚ ਕੀ ਹੁੰਦਾ? ਡਿਫਲੈਕਟਿੰਗ ਫੋਰਸ ਅਤੇ ਜਿਹੜੀ ਕੰਟਰੋਲਿੰਗ ਫੋਰਸ ਇਹ ਕੀ ਕਰਦੀਆਂ? ਇੱਕ ਸਟੇਬਿਲਿਟੀ ਲੈ ਕੇ ਆਉਂਦੀ ਹੈ. ਠੀਕ ਹੈ ਇਹ ਕੀ ਲੈ ਕੇ ਆਉਂਦੀ ਹੈ? ਸਟੇਬਿਲਿਟੀ. ਜਿੱਥੇ ਆਪਣੀ ਨੀਡਲ ਕੀ ਕਰ ਜਾਂਦੀ ਹੈ? ਸਟਾਪ ਕਰ ਜਾਂਦੀ ਹੈ. ਠੀਕ ਹੈ ਜਿੱਥੇ ਆਪਣਾ ਡਿਫਲੈਕਸ਼ਨ ਫੋਰਸ ਹੈ, ਸਪੋਜ਼ ਕਰੋ ਆਪਾਂ 5 ਵੋਲਟਸ ਨੂੰ ਮੈਜਰ ਕਰਨਾ, ਵੀ ਯੂਜ਼ ਦਾ 5 ਵੋਲਟ. ਸੋ ਹੇਅਰ ਇਜ਼ ਅ ਵੋਲਟ ਮੀਟਰ, ਕੰਸੀਡਰ ਦੈਟ ਇਜ਼ ਅਵਰ ਵੋਲਟ ਮੀਟਰ. ਸੋ ਹੇਅਰ ਇਜ਼ 0, ਹੇਅਰ ਇਜ਼ 10, ਹੇਅਰ ਇਜ਼ 5. ਔਰ ਜਦੋਂ ਹੀ ਆਪਣੀ ਜਿਹੜੀ ਨੀਡਲ ਹੈ ਮੈਜਰ ਕਰਨਾ ਮੂਵ ਕਰੇਗੀ, ਠੀਕ ਹੈ ਮੂਵ ਕਰੇਗੀ, ਉਹ ਆ ਜਾਏਗੀ 5 ਦੇ ਉੱਤੇ. ਠੀਕ ਹੈ ਹੁਣ ਇਹ ਜਿਹੜੀ ਇੱਥੇ ਸਟੇਬਿਲਿਟੀ, ਇਹ ਸਟੇ ਰਵੇ ਇਸ ਪੋਜੀਸ਼ਨ ਦੇ ਉੱਤੇ. ਠੀਕ ਹੈ ਉਹ ਕੰਟਰੋਲਿੰਗ ਫੋਰਸ ਦੀ ਹੈਲਪ ਦੇ ਨਾਲ ਆਉਂਦੀ. ਜਦੋਂ ਉਹ ਕੰਟਰੋਲ ਹੋ ਜਾਂਦਾ ਉੱਥੇ ਕੀ ਹੋ ਜਾਂਦੀ ਆ? ਸਟਿਲ ਹੋ ਜਾਂਦੀ. ਫਿਰ ਜਿਹੜੀ ਡਿਫਲੈਕਸ਼ਨ ਫੋਰਸ ਹੈ
ਤੇ ਕੰਟਰੋਲਿੰਗ ਫੋਰਸ, ਉਹ ਦੋਨੋਂ ਕੀ ਹੋ ਜਾਂਦੀਆਂ ਨੇ ਇਕੁਅਲ। ਠੀਕ ਹੈ, ਉਹ ਕੀ ਹੋ ਜਾਂਦੀਆਂ ਨੇ ਇਕੁਅਲ। ਫਿਰ ਆਪਾਂ ਕੀ ਕਹਿੰਦੇ ਉੱਥੇ ਕੀ ਸੈੱਟ ਹੋ ਗਿਆ ਇਕੁਲਿਬਰੀਅਮ। ਕਿਆ ਸੈੱਟ ਹੋ ਗਿਆ ਉੱਥੇ ਆਪਣਾ ਇਕੁਲਿਬਰੀਅਮ, ਜਾਂ ਕਹ ਲਓ ਉੱਥੇ ਇੱਕ ਬੈਲੈਂਸ ਆ ਜਾਂਦਾ। ਠੀਕ ਹੈ, ਸੋ ਦੈਟ ਇਜ਼ ਅ ਫੋਰਸ ਇਜ਼ ਕੰਟਰੋਲਿੰਗ ਫੋਰਸ। ਨੈਕਸਟ ਇਜ਼ ਅ ਡੈਂਪਿੰਗ ਫੋਰਸ। ਡੈਂਪਿੰਗ ਫੋਰਸ ਦਾ ਕਿਆ ਮਤਲਬ ਹੈ ਕਿ ਜਦੋਂ ਆਪਾਂ ਇਨਪੁਟ ਨੂੰ ਹਟਾ ਦਿੱਤਾ, ਜਦੋਂ ਆਪਾਂ ਕੀ ਕਰ ਦਿੱਤਾ ਆਪਣੀ ਇਨਪੁਟ ਨੂੰ ਹਟਾ ਦਿੱਤਾ, ਜਦੋਂ ਉਸ ਦੇ ਵਿੱਚ ਕੋਈ ਇਨਪੁਟ ਹੀ ਨਹੀਂ ਰਹੇਗੀ, ਦੈਨ ਇਹ ਜਿਹੜੀ ਨੀਡਲ ਹੈ ਉਸਨੂੰ ਕਿਸ ਪੋਜੀਸ਼ਨ 'ਤੇ ਆਉਣਾ ਚਾਹੀਦਾ, ਇਸ ਦੀ ਇਨੀਸ਼ੀਅਲ ਪੋਜੀਸ਼ਨ ਦੇ ਉੱਤੇ, ਯਾਨੀ ਕਿ ਟੂ ਦਾ ਗੈਟ ਬੈਕ ਟੂ ਦਾ ਫਸਟ ਪੋਜੀਸ਼ਨ ਫਰੋਮ ਵੇਅਰ ਇਟ ਸਟਾਰਟ। ਸੋ ਹੇਅਰ ਅਗਰ ਇੰਸਟਰੂਮੈਂਟ 5 ਵੋਲਟ 'ਤੇ ਉਸਨੂੰ ਸ਼ੋਅ ਕਰ ਰਿਹਾ ਆਪਣੀ ਨੀਡਲ ਨੂੰ, ਠੀਕ ਹੈ, ਉਹ ਸਟਾਰਟ ਕਿੱਥੋਂ ਕੀਤਾ ਸੀ 0। ਹੁਣ ਆਪਾਂ ਕੁਛ ਵੀ ਇਨਪੁਟ ਨਹੀਂ ਕੀਤਾ, ਇਸ ਨੀਡਲ ਨੂੰ ਆਪਾਂ ਨੂੰ ਵਾਪਸ ਉਸ ਦੀ ਇਨੀਸ਼ੀਅਲ ਪੋਜੀਸ਼ਨ 'ਤੇ ਲੈ ਕੇ ਆਉਣਾ। ਉਸ ਫੋਰਸ ਨੂੰ ਕੀ ਕਹਿੰਦੇ ਆਪਾਂ ਡੈਂਪਿੰਗ ਫੋਰਸ। ਦੈਟ ਫੋਰਸ ਇਜ਼ ਕਾਲਡ ਅਵਰ ਡੈਂਪਿੰਗ ਫੋਰਸ। ਇਟ ਕੈਨ ਬੀ ਯੂਜ਼ਡ ਵਿਦ ਦ एयर फ्रिक्शन डैम्पिंग, फ्लूइड और एडी करंट डैम्पिंग। ठीक है, so these are the 3 methods we used in a damping process. So first of all, first instrument is about moving iron instruments. In these instruments we use a iron pieces. ठीक है, ਇਸ ਦੇ ਵਿੱਚ ਆਪਾਂ ਕੋਈ ਆਇਰਨ ਪੀਸਿਸ ਯੂਜ਼ ਕਰ ਰਹੇ, ਉਹਨਾਂ ਨੂੰ ਇੰਸਟਰੂਮੈਂਟਸ ਨੂੰ ਕੀ ਕਹਿੰਦੇ ਆਪਾਂ ਮੂਵਿੰਗ ਆਇਰਨ ਇੰਸਟਰੂਮੈਂਟਸ। ਹੇਅਰ ਆਰ 2 ਫੋਰਸਿਸ, ਦੈਟ ਇਜ਼ ਅਟਰੈਕਸ਼ਨ ਐਂਡ ਰਿਪਲਸ਼ਨ। ਠੀਕ ਹੈ, ਇਸ ਦੇ ਵਿੱਚ 2 ਤਰ੍ਹਾਂ ਦੇ ਹੁੰਦੇ ਆ, ਇੱਕ ਹੀ ਹੈ ਅਟਰੈਕਸ਼ਨ ਟਾਈਪ, ਸੈਕਿੰਡ ਵਨ ਇਜ਼ ਅ ਰਿਪਲਸ਼ਨ ਟਾਈਪ। ਅਟਰੈਕਸ਼ਨ ਮੀਨਸ ਵੀ ਅਟਰੈਕਟ ਦ ਪੀਸਿਸ, iron pieces. In a repulsion we repel it. So today we do attraction type moving iron instruments. ठीक है, so these are the some elements we used in that. ठीक है, first of all moving element होएगा यानी कोई आयरन पीस होएगा, आयरन वेन कह लो चाहे आयरन रॉड कह लो। ठीक है, एक ही गल है, आयरन पीस, आयरन वेन, आयरन रॉड। वेन मीन कोई आयरन का पीस होएगा, उससे शेप्ड किया होता। कोयल, कोयल्स मतलब आप जिस दे विचों अपना करंट फ्लो करेगा और मैगनैटिक फील्ड इंड्यूस्ड होएगी। ठीक है, रिपल्शन टाइप होएगा, कंट्रोलिंग फोर्स, डैंपिंग फोर्स और डिफ्लैक्शन फोर्स। ये तीनों फोर्सिस भी अप्लाई होणगियां इन्ना इंस्ट्रूमेंट। ठीक है, जिहड़ा आपां इंस्ट्रूमेंट यूज होएगा उस दे विच ये तीनों चीज़ां होणगियां। ठीक है, सो फस्ट ऑफ ऑल वी डू attraction type moving iron instrument. So first is, what are the basic principle behind it? So principle behind this is we use the force of attraction that is induced in a soft iron into with the help of a magnetic field. ठीक है, उस दे विच क्या होएगी, मैगनैटिक फील्ड ਆਪਾਂ इंड्यूस्ड करांगे जिस दे नाल अपना ਜਿਹੜਾ आयरन पीस है ਉਸਨੂੰ ਆਪਾਂ ਕੀ ਕਰਾਂਗੇ ਅਟਰੈਕਟ ਕਰਾਂਗੇ। ਜਦੋਂ ਉਹ ਅਟਰੈਕਟ ਹੋਏਗਾ ਫਿਰ ਆਪਣੀ ਜਿਹੜੀ ਨੀਡਲ ਹੈ ਉਹ ਕੀ ਕਰੇਗੀ, ਸ਼ੋ ਕਰੇਗੀ ਡਿਫਲੈਕਸ਼ਨ। ਸੋ ਕਮ ਟੂ ਦ ਡਾਇਗਰਾਮ। ਹੇਅਰ ਸੀ, ਹੇਅਰ ਦਿਸ ਵਨ ਇਜ਼ ਅਵਰ ਆਇਰਨ ਪੀਸ। ਠੀਕ ਹੈ, ਜਿਹੜਾ ਰਾਊਂਡ ਬਣਿਆ ਹੋਇਆ ਦੈਟ ਵਨ ਇਜ਼ ਅਵਰ ਇਨ ਅ ਓਵਲ ਸ਼ੇਪ, ਦੈਟ ਇਜ਼ ਅਵਰ ਆਇਰਨ ਵੇਨ। ਲਿਖਿਆ ਹੈ ਨਾ ਆਇਰਨ ਵੇਨ। ਸੋ ਇਹਦਾ ਨਾਲ ਕੀ ਉਸਦੇ ਉੱਤੇ ਕਿਆ ਲਗਾਈ ਹੋਈ ਹੈ, ਸਪਿੰਡਲ। ਸਪਿੰਡਲ ਮਤਲਬ ਦੈਟ ਇਜ਼ ਪਾਰਟ ਵੇਅਰ ਆਵਰ ਨੀਡਲ ਕੈਨ ਮੂਵ। ਠੀਕ ਹੈ, ਇਹ ਕੀ ਕਰ ਸਕਦੀ ਹੈ, ਰੋਟ ਮੂਵ ਕਰ ਸਕਦੀ ਹੈ ਇਨ ਅ ਸਰਕੂਲਰ ਮੋਸ਼ਨ। ਠੀਕ ਹੈ, ਇਨ ਅ ਸਰਕੂਲਰ ਮੋਸ਼ਨ। ਹੇਅਰ ਇਜ਼ ਅ ਕੋਇਲ। ਠੀਕ ਹੈ, ਹੇਅਰ ਇਜ਼ ਅਵਰ ਕੋਇਲ, ਸੈਕਸ਼ਨ ਆਫ ਕੋਇਲ। ਹੇਅਰ ਸੀ, ਹੇਅਰ ਆਪਾਂ ਕੀ ਕੀਤਾ, ਇੱਕ ਆਇਰਨ ਵੇਨ ਲਈ ਹੋਈ ਹੈ, ਉਸ ਦੇ ਵਿੱਚ ਕੀ ਲਗਾਇਆ ਹੋਇਆ ਇੱਕ ਆਪਾਂ ਕੋਇਲਸ ਲਗਾਈ ਹੈ। ਆ ਜਿਹੜੇ ਡਾਟ ਡਾਟ ਹੈ ਇਹਦਾ ਮਤਲਬ ਇਸ ਦੇ ਵਿੱਚ ਕੀ ਹੈਗੀ ਹੈ, ਇੱਕ ਕੋਇਲ ਲਗਾਈ ਹੋਈ ਰਾਊਂਡਡ ਸਰਕਲ ਦੇ ਵਿੱਚ, ਇਹਨਾਂ ਰਾਊਂਡਡ ਸ਼ੇਪਸ। ਠੀਕ ਹੈ, ਹੁਣ ਹੋ ਕੀ ਰਿਹਾ ਹੈਗਾ। ਠੀਕ ਹੈ, ਜਦੋਂ ਆਪਾਂ ਕੀ ਕੀਤਾ, ਕਰੰਟ ਫਲੋ ਕੀਤਾ ਥਰੂ ਦਾ ਕੋਇਲ। ਕੀ ਕਿਸ ਦੇ ਵਿੱਚੋਂ, ਕੋਇਲ ਦੇ ਵਿੱਚੋਂ ਕਰੰਟ ਨੇ ਕੀ ਕੀਤਾ, ਫਲੋ ਕੀਤਾ। ਜਦੋਂ ਕਰੰਟ ਫਲੋ ਕੀਤਾ ਕੀ ਹੋਏਗਾ, ਉਸ ਦੇ ਵਿੱਚ ਮੈਗਨੈਟਿਕ ਫੀਲਡ ਇੰਡਿਊਸਡ ਹੋਏਗੀ। ਜਦੋਂ ਮੈਗਨੈਟਿਕ ਫੀਲਡ ਇੰਡਿਊਸਡ ਹੋਏਗੀ ਉਹ ਕੀ ਕਰੇਗੀ, ਇਸ ਆਇਰਨ ਪੀਸ ਨੂੰ ਕੀ ਕਰੇਗੀ,
ਅਟਰੈਕਟਡ ਟੁਵਾਰਡਸ ਇਟ, ਉਸਨੂੰ ਕੀ ਕਰੇਗਾ ਆਪਣੇ ਵੱਲ ਨੂੰ ਖਿੱਚੇਗੀ। ਜਦੋਂ ਉਹ ਖਿੱਚੇਗੀ ਉਹ ਕੀ ਕਰੇਗਾ, ਪੀਸ ਜਿਹੜਾ ਹੋਏਗਾ ਆਇਰਨ ਵੇਨ ਪੀਸ ਹੈ ਉਹ ਮੂਵ ਕਰੇਗਾ, ਇਸ ਦੇ ਨਾਲ ਲੱਗੀ ਹੋਈ ਨੀਡਲ ਵੀ ਕੀ ਕਰੇਗੀ ਫਿਰ ਮੂਵ ਕਰੇਗੀ। ਠੀਕ ਹੈ, ਸੋ ਜਦੋਂ ਇਹ ਮੂਵ ਕਰੇਗੀ ਉਹ ਇਸ ਸਕੇਲ ਦੇ ਉੱਤੇ ਕਿਆ ਦਿਖਾਏਗੀ, ਡਿਫਲੈਕਸ਼ਨ। ਉਹ ਇਸ ਸਕੇਲ ਦੇ ਉੱਤੇ ਕਿਆ ਦਿਖਾਏਗੀ, ਡਿਫਲੈਕਸ਼ਨ। ਸੋ ਹੇਅਰ ਆਰ ਕੰਟਰੋਲਿੰਗ ਵੇਟਸ, ਤਾਂ ਜੋ ਕਿ ਉਸਦੇ ਵਿੱਚ ਕਿਆ ਆ ਸਕੇ, ਇਕੁਇਲਿਬਰੀਅਮ। ਠੀਕ ਹੈ, ਇਹ ਜਿਹੜੇ ਕੰਟਰੋਲਿੰਗ ਵੇਟਸ ਹੈ ਇਹ ਕਿਸ ਵਾਸਤੇ, ਉਸਨੂੰ ਬੈਲੈਂਸ ਕਰਨ ਵਾਸਤੇ ਰੱਖੇ ਹੋਏ। ਐਂਡ ਦੈਨ ਹੇਅਰ ਇਜ਼ ਵੀ ਯੂਜ਼ ਦਾ ਏਅਰ ਡੈਂਪਿੰਗ ਚੈਂਬਰ, ਇਟ ਇਜ਼ ਜਸਟ ਲਾਈਕ ਅਵਰ ਪੰਪਸ। ਠੀਕ ਹੈ, ਏਅਰ ਪੰਪਸ ਦੀ ਤਰ੍ਹਾਂ ਹੈਗਾ। ਹੁਣ ਇਹਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਇੱਥੇ ਇੱਕ ਪਿਸਟਨ ਲੱਗਾ ਹੋਇਆ, ਜਦੋਂ ਆਪਾਂ ਕੀ ਕਰਾਂਗੇ ਇਹ ਡਿਫਲੈਕਟ ਹੋਏਗਾ, ਇਹ ਜਿਹੜਾ ਪਿਸਟਨ ਹੈ ਮੂਵ ਕਰੇਗਾ ਇਸ ਸਾਈਡ। ਠੀਕ ਹੈ, ਇਸ ਦੇ ਵਿੱਚ ਕਿਆ ਫੋਰਸ, ਏਅਰ ਫੋਰ ਪ੍ਰੈਸ਼ਰ ਆ ਜਾਏਗਾ। ਠੀਕ ਹੈ, ਜਦੋਂ ਆਪਣੀ ਡਿਫਲੈਕਟਿੰਗ ਫੋਰਸ 0 ਹੋ ਜਾਏਗੀ, ਇਹਨੇ ਕੀ ਕਰਨਾ, ਇਸਨੇ ਵਾਪਸ ਆਪਣੀ ਫਸਟ ਪੋਜੀਸ਼ਨ 'ਤੇ ਜਾਣਾ, ਅਤੇ ਜਿਹੜੀ ਇਹ ਨੀਡਲ ਹੈ ਇਸਨੇ ਇਸਦੀ ਇਨੀਸ਼ੀਅਲ ਪੋਜੀਸ਼ਨ ਦੇ ਉੱਤੇ ਪਹੁੰਚ ਜਾਣਾ। ਠੀਕ ਹੈ, ਦੈਟ ਇਜ਼ ਅਵਰ ਏਅਰ ਡੈਂਪਿੰਗ ਚੈਂਬਰ। ਠੀਕ ਹੈ, ਇਹ ਕੀ ਕਰਦਾ ਆਪਣਾ ਫਿਰ ਏਅਰ ਡੈਂਪਿੰਗ ਚੈਂਬਰ ਉਸਨੂੰ ਵਾਪਸ ਉਸਦੀ ਫਸਟ ਪੋਜੀਸ਼ਨ ਦੇ ਉੱਤੇ ਲੈ ਆਉਂਦਾ। ਠੀਕ ਹੈ, ਸੋ ਡਿਫਲੈਕਟਿੰਗ ਫੋਰਸ, ਸੋ ਡਿਫਲੈਕਟਿੰਗ ਫੋਰਸ ਕਿਆ ਹੈਗੀ ਹੈ, force is equal to m into h, that is pole strength of soft iron, and h is our field strength produced by coil. So force is directly proportional to the m into h. So here is m, pole strength in a soft iron. How it is induced? It is also a magnetic field. ठीक है, ये भी उस ਕਿਸ ਦੀ ਵਜ੍ਹਾ ਨਾਲ ਆਈ ਆ, ਕੋਇਲਸ ਦੀ ਵਜ੍ਹਾ ਨਾਲ। ਜਿਹੜਾ ਆਪਣਾ ਆਇਰਨ ਪੀਸ ਹੈ ਉਸ ਦੇ ਵਿੱਚ ਜਿਹੜੀ ਇਹ ਸਟਰੈਂਥ ਆਈ ਡਿਊ ਟੂ ਦਾ ਮੈਗਨੈਟਿਕ ਫੀਲਡ। ਠੀਕ ਹੈ, ਦੈਟ ਇਜ਼ ਜਿਹੜੀ ਫੀਲਡ ਉਸਨੂੰ ਮਿਲੀ ਆ ਉਸ ਤੋਂ ਹੀ ਇਸ ਦੇ ਵਿੱਚ ਆਈ। ਸੋ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਚ, ਸੋ ਇਟ ਮੀਨਸ ਐਚ ਇੰਟੂ ਐਚ, ਸੋ ਇਟ ਇਜ਼ ਐਚ ਦਾ ਸਕੇਅਰ। ਸੋ ਇਹ ਜਿਹੜੀ ਮੈਗਨੈਟਿਕ ਫੀਲਡ ਆਈ ਕਿਸ ਤਰ੍ਹਾਂ ਸੀ, ਵਿਦ ਦੀ ਕਰੰਟ। ਸੋ ਇਹਦਾ ਮਤਲਬ ਕੀ ਹੈ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ, ਸੋ ਇਟ ਮੀਨਸ ਆਈ ਦਾ ਸਕੇਅਰ ਹੋ ਗਿਆ। ਸੋ ਐਚ ਦੀ ਜਗ੍ਹਾ ਆਪਾਂ ਕੀ ਲਿਖ ਸਕਦੇ ਹਾਂ, ਆਈ ਲਿਖ ਸਕਦੇ ਹਾਂ। ਸੋ ਇਟਸ ਮੀਨਸ ਫੋਰਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਦਾ ਸਕੇਅਰ, ਦੈਟ ਇਜ਼ ਅਵਰ ਡਿਫਲੈਕਟਿੰਗ ਫੋਰਸ। ਸੋ ਟਾਰਕ ਵੀ ਸੇਮ ਚੀਜ਼, ਟਾਰਕ ਕਹਿ ਲਓ, ਦੋਨੋਂ ਬੋਥ ਆਰ ਦਾ ਸੇਮ ਥਿੰਗ। ਸੋ deflecting torque or deflecting force is directly proportional to square of current. So controlling torque ਦਾ ਮਤਲਬ ਕੀ ਹੈ, at that point where TC is equals to TD. ਸੋ ਇਹਦਾ ਮਤਲਬ ਇਹ ਦੋਨੋਂ ਕੀ ਹੋਣਗੇ, ਸੇਮ ਹੋਣਗੇ, ਕਿਉਂਕਿ ਇਕੁਇਲਿਬਰੀਅਮ ਹੈ। ਡਿਫਲੈਕਸ਼ਨ ਫੋਰਸ ਤੇ ਕੰਟਰੋਲਿੰਗ ਫੋਰਸ ਦੋਨੋਂ ਹੀ ਕੀ ਹੋਣਗੀਆਂ, ਸੇਮ। ਠੀਕ ਹੈ, ਔਰ ਥੀਟਾ ਮੈਂ ਪਹਿਲਾਂ ਵੀ ਦੱਸਿਆ ਸੀ, ਦੈਟ ਇਜ਼ ਆਵਰ ਐਂਗਲ ਆਫ ਡਿਫਲੈਕਸ਼ਨ, ਦੈਟ ਇਜ਼ ਆਵਰ ਐਂਗਲ ਆਫ ਡਿਫਲੈਕਸ਼ਨ। ਸੋ ਇਹਦਾ ਮਤਲਬ ਇਹ ਜਿਹੜਾ ਐਂਗਲ ਆਫ ਡਿਫਲੈਕਸ਼ਨ ਥੀਟਾ, ਇਟ ਇਜ਼ ਆਲਸੋ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਕਰੰਟ ਇਨਟੂ ਸਕੇਅਰ। ਸਭ ਕੁਛ ਕਿਸ ਦੇ ਸਕੇਅਰ ਆਫ ਕਰੰਟ ਦੇ ਉੱਤੇ ਕੀ ਹੈਗਾ ਹੈ, ਡਿਪੈਂਡ ਕਰਦਾ। ਸੋ नेक्स्ट इज डैम्पिंग फोर्स। डैम्पिंग फोर्स क्या है, दैट इज ब्रिंग्स बैक टू द इनिशियल पोजीशन। वो की कर दी उसनों ब्रिंग बैक टू द इनिशियल पोजीशन। इट कुड बी की हो सकती है एयर चैम्बर के थ्रू, ठीक है, या किस तरह कोई फ्रिक्शंस मैथड, ठीक है, और वी कैन से दैट फ्लूइड्स दे विच, ठीक है, फ्लूइड फ्रिक्शन मैथड्स। इस तरह आप इसनों क्या कर सकते हैं, यूज़ कर सकते हैं टू ब्रिंग बैक द नीडल टू इट्स इनिशियल पोजीशन। रिमेंबर दैट एंगल ऑफ डिफ्लेक्शन आल्सो स्केयर ऑफ अ करंट, दैट इज डायरेक्टली प्रोपोर्शनल टू द स्केयर ऑफ करंट। ये जिहड़ा करंट है वही मैगनैटिक फील्ड प्रोड्यूस करता है, वही उसनों डिफ्लैक्ट करांदा अपनी नीडल। सो दीज आर द मेथड्स with the help of which we are able to detect the current, voltage or resistance in a moving iron type instruments. So this is all about today's topic.